ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਬੰਨੋ ਤੇ ਕੁਝ ਖਬਰਾਂ ਤੇ ਵਿਚਾਰ ਕਰਨਗੇ ਜੀ। ਖਬਰਾਂ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ ਜੀ। ਸੂਬੇਦਾਰ ਸਰਜੀਤ ਸਿੰਘ ਖੰਗੂੜਾ ਤੇ ਪਰਿਵਾਰ ਸੈਨੋਜੇ ਤੋਂ, ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ ਤੋਂ, ਗੁਰਦੀਪ ਸਿੰਘ ਬਿਰਦੀ ਕਲੋਵਸ ਤੋਂ, ਨਵਜੋਤ ਕੌਰ ਕਲੋਟੀ ਤੇ ਪਰਿਵਾਰ ਜੁੱਬਾ ਸਿਟੀ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸਲਮਾ ਤੋਂ, ਸੁਰਿੰਦਰ ਕੌਰ ਤਾਮੀ ਤੇ ਪਰਿਵਾਰ ਸੀਰਜ ਤੋਂ, ਬਲਦੇਵ ਸਿੰਘ ਧਾਲੀਵਾਲ ਰੀਨਾ ਤੋਂ, ਸੁਰਿੰਦਰ ਸਿੰਘ ਕਾਲੋਂ ਰੈਂਚੋ ਕਡੋਵਾ, ਕਾਬਲ ਸਿੰਘ ਪੈਂਚ ਮਡਸਟੋ ਤੋਂ, ਦਲਵੀਰ ਸਿੰਘ ਗਿੱਲ ਲਾਈਵ ਬੁੱਕ ਤੋਂ ਬਹੁਤ ਇਹਨਾਂ ਦੇ ਧੰਨਵਾਦੀ। ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜੀ। ਬਲਤੇਜ ਪੰਨੂ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਜੀ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਦੇ ਹਾਂ ਭਾਜਪਾ ਦੇ ਰਾਸ਼ਟਰਵਾਦ ਦੀ, ਇਸ ਚੀਜ਼ ਨੂੰ ਉਭਾਰਨਗੇ ਜੀ। ਹੁਣ ਜਿਹੜਾ ਕਿਉਂਕਿ ਮੁੱਦਾ ਇਹ ਭਖ ਰਿਹਾ ਦੇਸ਼ ਧਰੋਹ ਵਰਸਸ ਰਾਸ਼ਟਰਵਾਦ ਜਿਹੜਾ ਜੀ, ਔਰ ਦੇਸ਼ ਧਰੋਹ ਦੇ ਮਾਮਲੇ 'ਤੇ ਆਪਾਂ ਗੱਲ ਕੀਤੀ ਸੀਗੀ ਕਿ ਉਹ ਇਹਦੀ ਬਦਲਣ ਨੂੰ ਪਰਿਭਾਸ਼ਾ ਜਿਹੜੇ ਆ ਜੀ ਉਹ ਤਿਆਰ ਨੇ, ਅਤੇ ਉਹਨਾਂ ਨੂੰ ਇਉਂ ਲੱਗਦਾ ਹੈ ਕਿ ਜਿਹੜੇ ਅੱਛੇ ਦਿਨ ਜਾਂ ਬਲੈਕ ਮਨੀ ਜਾਂ ਜੋ ਕੁਛ ਸੀਗਾ ਜੀ ਉਹ ਹੁਣ ਕਿਉਂਕਿ ਜੁਮਲੇ ਬਣ ਗਏ, ਇਸ ਕਰਕੇ ਕੁਛ ਨਵਾਂ ਵੀ ਚਾਹੀਦਾ ਸੀਗਾ। ਸੋ ਦੇਸ਼ ਦੇ ਵਿੱਚ ਰਾਸ਼ਟਰਵਾਦ ਦੇ ਮੁੱਦੇ ਦੇ ਉੱਤੇ ਭਖ ਰਹੀ ਜਿਹੜੀ ਬਹਿਸ ਹੈ, ਇਹਦੇ ਦੌਰਾਨ ਭਾਰਤੀ ਜਨਤਾ ਪਾਰਟੀ ਨੇ ਇਹ ਕਿਹਾ ਕਿ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਨੂੰ ਕਿਸੇ ਨੂੰ ਦੇਸ਼ ਨੂੰ ਤਬਾਹ ਕਰਨ ਦੀਆਂ ਗੱਲਾਂ ਕਰਨ ਦੀ ਇਜਾਜ਼ਤ ਜਿਹੜੀ ਹੈ ਜੀ ਉਹ ਨਹੀਂ ਦਿੱਤੀ ਜਾਊਗੀ। ਔਰ ਉਹਨਾਂ ਨੇ ਇਹ ਗੱਲ ਆਖੀ ਹੈ ਜੀ ਕਿ ਰਾਸ਼ਟਰਵਾਦ ਜਿਹੜਾ ਜੀ ਉਹਨੂੰ ਚੋਣ ਨਾਅਰਾ, ਜਿਹੜੇ 4 ਰਾਜਾਂ ਦੇ ਵਿੱਚ ਚੋਣਾਂ ਹੋ ਰਹੀਆਂ ਨੇ ਉਹਦੇ ਵਿੱਚ ਰਾਸ਼ਟਰਵਾਦ ਜਿਹੜਾ ਨਾਅਰਾ ਜੀ ਉਹਨੂੰ ਉਭਾਰਨ ਦੇ ਯਤਨ ਜਿਹੜੇ ਨੇ ਉਹ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਕੀਤੇ ਜਾਣਗੇ। ਭਾਰਤੀ ਜਨਤਾ ਪਾਰਟੀ ਦੀ ਜਿਹੜੀ ਲੀਡਰਸ਼ਿਪ ਦੀ 2 ਰੋਜ਼ਾ ਦੀ ਮੀਟਿੰਗ ਜਿਹੜੀ ਸੀ ਉਹਦੇ ਵਿੱਚ ਇਹ ਮੁੱਦਾ ਜਿਹੜਾ ਜੀ ਸਭ ਤੋਂ ਵੱਧ ਜਿਹੜਾ ਉਹ ਭਖਿਆ। ਔਰ ਜਿਹੜੇ ਆਪਣੇ ਉਦਘਾਟਨੀ ਭਾਸ਼ਣ ਦੇ ਵਿੱਚ ਅਮਿਤ ਸ਼ਾਹ ਨੇ ਇਹ ਕਹਿੰਦੇ ਆ ਇਹ ਮੁੱਦਾ ਜਿਹੜਾ ਛੇੜਿਆ ਸੀਗਾ ਕਿ ਪਾਰਟੀ ਦੇਸ਼ ਦੇ ਉੱਤੇ ਕਿਸੇ ਤਰ੍ਹਾਂ ਦਾ ਹਮਲਾ ਜਿਹੜਾ ਜੀ ਉਹ ਬਰਦਾਸ਼ਤ ਨਹੀਂ ਕਰ ਸਕਦੀ। ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਦੌਰਾਨ ਜਿਹੜਾ ਜੀ ਅਰੁਣ ਜੇਤਲੀ ਨੇ ਹੁਣ ਇਸ ਮੁੱਦੇ ਨੂੰ ਅੱਗੇ ਵਧਾਇਆ। ਉਹਨਾਂ ਇਹ ਗੱਲ ਆਖੀ ਹੈ ਕਿ ਪ੍ਰਗਟਾਵੇ ਦੀ ਆਜ਼ਾਦੀ ਤੇ ਕੌਮ ਪ੍ਰਸਤੀ ਨਾਲੋਂ ਨਾਲ ਜਿਹੜਾ ਜੀ ਉਹ ਚੱਲਦੇ ਨੇ। ਉਹਨਾਂ ਨੇ ਕਿਹਾ ਕਿ ਸੰਵਿਧਾਨ ਸਾਨੂੰ ਅਸੰਤੁਸ਼ਟੀ ਤੇ ਅਸਹਿਮਤੀ ਦੇ ਇਜ਼ਹਾਰ ਦੀ ਤਾਂ ਆਜ਼ਾਦੀ ਜਿਹੜੀ ਉਹ ਦਿੰਦਾ, ਪਰ ਦੇਸ਼ ਨੂੰ ਤਬਾਹ ਕਰਨ ਦੀ ਜਿਹੜੀ ਹੈ ਜੀ ਉਹ ਨਹੀਂ। ਮੀਟਿੰਗ ਦੇ ਦੌਰਾਨ ਪਾਰਟੀ ਆਗੂ JNU ਦੇ ਨਾਲ ਜਿਹੜੀਆਂ ਸੰਬੰਧਿਤ ਹਾਲੀਆ ਘਟਨਾਵਾਂ ਸੰਬੰਧੀ ਵਿਰੋਧੀ ਪਾਰਟੀ ਕਾਂਗਰਸ ਨੂੰ ਉਲਝਾਉਣ ਦੇ ਪੂਰੇ ਰੌਂ ਦੇ ਵਿੱਚ ਜਿਹੜੀ ਹੈ ਜੀ ਉਹ ਵਿਖਾਈ ਦਿੱਤੀ ਹੈ। ਸੋ ਕਿੱਥੇ ਜਾ ਕੇ ਜਿਹੜੀ ਇਹਦੀ ਕਹਾਣੀ ਲੱਗ ਰਹੀ ਹੈ ਉੱਥੋਂ ਤੁਸੀਂ ਸਮਝ ਸਕਦੇ ਹੋ ਕਿ ਜਿਹੜਾ ਨੌਜਵਾਨ ਵਰਗ ਹੈ, ਖਾਸ ਤੌਰ ਦੇ ਉੱਤੇ ਵਿਦਿਆਰਥੀ ਵਰਗ ਹੈ, ਜਿਸ ਕਿਸਮ ਦੇ ਨਾਲ ਜਿਹੜੇ ਮੁੰਡੇ ਨੇ ਖੁਦਕੁਸ਼ੀ ਕਰ ਲਈ ਸੀ ਉਹ, ਤੇ ਉਸ ਤੋਂ ਬਾਅਦ JNU ਦਾ ਮੁੱਦਾ ਜਿਵੇਂ ਉੱਭਰਿਆ, ਉਹਦੇ ਤੋਂ ਫਿਕਰ ਦੇ ਵਿੱਚ ਪਈ ਹੋਈ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਜੀ ਉਹਨੂੰ ਲੱਗਦਾ ਹੈ ਕਿ ਇੱਥੇ ਪੱਤਾ ਜਿਹੜਾ ਉਹ ਰਾਸ਼ਟਰਵਾਦ ਵਾਲਾ ਖੇਡਿਆ ਜਾ ਸਕਦਾ ਜੀ। ਬਿਲਕੁਲ, ਪਹਿਲਾਂ ਜੁਮਲੇ ਤਾਂ ਹੁਣ ਪੱਤੇ ਖੇਡਣਗੇ। ਤੇ ਅੱਗੇ ਆਪਾਂ ਗੱਲ ਕਰੀਏ ਜੀ ਪੰਜਾਬ ਦੇ ਵਿੱਚ ਸੜਕਾਂ ਤੇ ਹਾਦਸੇ ਬਹੁਤ ਸਾਰੀਆਂ ਜਾਨਾਂ ਵੀ ਗਈਆਂ। ਇਹ ਤਾਂ ਰੋਜ਼ ਦਾ ਵੈਸੇ ਵਰਤਾਰਾ ਹੈ ਜੀ। ਪੰਜਾਬ ਦੇ ਵਿੱਚ ਦਰਜਨ ਤੋਂ ਉੱਪਰ ਜਿਹੜੀਆਂ ਜਾਨਾਂ ਨੇ ਰੋਜ਼ ਉਹ ਸੜਕ ਹਾਦਸਿਆਂ ਦੇ ਵਿੱਚ ਔਨ ਦੀ ਸਪੌਟ ਜਿਹੜੇ ਮਾਰੇ ਜਾਂਦੇ ਲੋਕ ਨੇ, ਜਿਹੜੇ ਬਾਅਦ ਦੇ ਵਿੱਚ ਜਿਨ੍ਹਾਂ ਦੀ ਮੌਤ ਹੁੰਦੀ ਆ ਕੁਝ ਦਿਨਾਂ ਤੋਂ ਬਾਅਦ ਉਹ ਤੇ ਕਿੰਨੇ ਅਪਾਹਜ ਹੋ ਜਾਂਦੇ ਨੇ। ਜੇ ਉਹ ਗਿਣਤੀ ਆਪਾਂ ਲਾਈਏ ਤੇ ਇਹ ਗਿਣਤੀ ਜਿਹੜੀ ਉਹ ਡਰਾਉਣੀ ਆ। ਚਿੜੀ ਦੇ ਪਹੁੰਚੇ ਜਿੰਨਾ ਜਿਹੜਾ ਪੰਜਾਬ ਤੇ ਇੰਨੀਆਂ ਜਿਹੜੀਆਂ ਦੀ ਹਾਦਸੇ ਦੇ ਵਿੱਚ ਡੈਥ ਹੋਣੀਆਂ, ਇਹਨਾਂ ਦੇ ਵਿੱਚ ਬਹੁਤੇ ਥਾਵਾਂ ਦੇ ਉੱਤੇ ਜਿਹੜੀ ਹੈ ਜੀ ਸ਼ਰਾਬ ਵੀ ਸ਼ਾਮਲ ਰਹਿੰਦੀ ਆ। ਤੇ ਇਸ ਤੋਂ ਇਲਾਵਾ ਤੇਜ਼ ਰਫ਼ਤਾਰ, ਜਿਹੜੇ ਰੂਲ ਰੈਗੂਲੇਸ਼ਨ ਨੇ ਉਹਨਾਂ ਨੂੰ ਫੋਲੋ ਜਿਹੜਾ ਜੀ ਉਹ ਨਾ ਕਰਨਾ, ਇਹ ਹਾਦਸਿਆਂ ਦਾ ਮੁੱਖ ਕਾਰਨ ਜਿਹੜਾ ਜੀ ਉਹ ਬਣਦੇ ਨੇ। ਫਰੀਦਕੋਟ ਤਲਵੰਡੀ ਜਿਹੜੀ ਸੜਕ ਆ ਜੀ ਉਹਦੇ ਉੱਤੇ ਪਿੰਡ ਕਲੇਰ ਤੇ ਨੂਰਪੁਰ ਬੇਦੀ ਨੇੜੇ ਸ਼ਰਧਾਲੂਆਂ ਵਾਲਾ ਟਰੈਕਟਰ ਟਰਾਲੀ ਦਾ ਡਾਲਾ ਟੁੱਟਣ ਦੇ ਨਾਲ ਜਿਹੜਾ ਜੀ ਹਾਦਸਾ ਜਿਹੜਾ ਹੋਇਆ, ਇਹਦੇ ਵਿੱਚ 9 ਜਾਣਿਆਂ ਦੀ ਮੌਤ ਜਿਹੜੀ ਹੈ ਜੀ ਉਹ ਹੋਣ ਦੀਆਂ ਖਬਰਾਂ ਨੇ। ਜਿਹੜੇ ਹਾਦਸਿਆਂ ਦੇ ਵਿੱਚ ਜਿਹੜੀ ਇੱਥੇ ਇੱਕ ਹਾਦਸਾ ਜਿਹੜਾ ਵਾਪਰਿਆ ਜਿੱਥੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਕੱਚਾ ਪੱਕਾ ਦੇ ਇੱਕੋ ਪਰਿਵਾਰ ਦੇ 4 ਜੀਆਂ ਦੀ ਮੌਤ ਜਿਹੜੀ ਹੈ ਜੀ ਉਹ ਹੋਈ ਹੈ। ਇੱਕ ਟਰੱਕ ਜਿਹੜਾ ਸੀਗਾ ਜੀ ਉਹਦੇ ਨਾਲ ਜਿਹੜੀ ਇੱਕ ਟਵੇਰਾ ਗੱਡੀ ਜਿਹੜੀ ਸੀ ਉਹ ਜਾ ਟਕਰਾਈ, ਇਹਦੇ ਵਿੱਚ ਇੱਕੋ ਪਰਿਵਾਰ ਦੇ ਜਿਹੜੇ ਲੋਕ ਨੇ ਉਹ ਮਾਰੇ ਗਏ ਨੇ। ਬਾਕੀ ਜਿਹੜੇ ਹਾਦਸੇ ਹੋਏ ਨੇ ਉਹਨਾਂ ਦੇ ਵਿੱਚ ਜਿਹੜਾ ਜੀ ਵੱਖ-ਵੱਖ ਥਾਵਾਂ ਦੇ ਉੱਤੇ 9 ਜਾਨਾਂ ਜਿਹੜੀਆਂ ਔਨ ਦੀ ਸਪੌਟ ਗਈਆਂ ਨੇ। ਇੱਕ ਪਰਿਵਾਰ ਦੇ ਮਰਨ ਵਾਲੇ ਜਿਹੜੇ ਉਹ 4 ਜੀ ਸ਼ਾਮਲ ਨੇ। ਵੈਸੇ ਇਹ ਹੈਰਾਨੀ ਵਾਲੀ ਗੱਲ ਹੈ ਕਿ ਚਾਹੇ ਉਹ ਸੱਤਾਧਾਰੀ ਹੋਵੇ, ਚਾਹੇ ਵਿਰੋਧੀ ਧਿਰ ਹੋਵੇ, ਚਾਹੇ ਇਲੈਕਸ਼ਨ ਲੜਨ ਵਾਲੀਆਂ ਜਿਹੜੀਆਂ ਪਾਰਟੀਆਂ, ਹੁਣ ਉਹਨਾਂ ਦੇ ਚੋਣ ਮੈਨੀਫੈਸਟੋ ਦੇ ਵਿੱਚ
ਇਹ ਕਿਤੇ ਵੀ ਕਦੀ ਜਿਹੜਾ ਜੀ ਇਸ ਚੀਜ਼ ਦਾ ਜ਼ਿਕਰ ਨਹੀਂ ਆਉਂਦਾ ਕਿ ਇਹ ਜਿਹੜੇ ਕਤਲ ਹੋ ਰਹੇ ਨੇ ਸੜਕਾਂ ਦੇ ਉੱਤੇ, ਕਿਉਂਕਿ ਕਤਲ ਨੇ ਇਹ ਹਾਦਸੇ ਨਹੀਂ, ਇਹਨਾਂ ਦੀ ਰੋਕਥਾਮ ਦੇ ਵਾਸਤੇ ਕੋਈ ਪਾਰਟੀ ਜਿਹੜੀ ਹੈ ਜੀ ਉਹ ਸੁਹਿਰਦ ਹਾਲ ਦੀ ਘੜੀ ਤੱਕ ਤਾਂ ਨਹੀਂ ਜਾਪਦੀ ਜੀ, ਕਿਉਂਕਿ ਇਹ ਤਾਂ ਮੇਨ ਪ੍ਰੋਬਲਮ ਹੈ। ਅੱਗੇ ਆਪਾਂ ਗੱਲ ਕਰੀਏ, ਕੱਲ ਵੀ ਕੀਤੀ ਸੀ ਕਿ ਰਾਹੁਲ ਗਾਂਧੀ ਰਾਧਾ ਸਵਾਮੀ ਦੇ ਡੇਰੇ ਤੇ ਗਏ ਸੀ, ਉਸ ਦੇ ਪਿੱਛੇ ਪਿੱਛੇ ਸੁਖਬੀਰ ਬਾਦਲ ਨੇ ਵੀ ਹਾਜ਼ਰੀ ਲਵਾਈ। ਬਿਲਕੁਲ ਜੀ, ਰਾਹੁਲ ਗਾਂਧੀ ਹੋਰਾਂ ਨੇ ਤਾਂ ਇੱਕ ਨਵਾਂ ਜਿਹੜਾ ਜੀ ਛੇੜ ਦਿੱਤਾ ਕਿ ਉਹ ਰਾਤ ਰਹਿ ਗਏ, ਤੇ ਹੁਣ ਹੋ ਸਕਦਾ ਜੀ ਪਾਰਟੀਆਂ ਦੇ ਵਿੱਚ ਇਹ ਵੀ ਦੌੜ ਤੇ ਹੋੜ ਜਿਹੜੀ ਆ ਜੀ ਉਹ ਲੱਗੇ ਕਿ ਇੱਕ ਤੋਂ ਵੱਧ ਰਾਤ ਜਿਹੜਾ ਜੀ ਉਹ ਕਿਹੜਾ ਰਹਿੰਦਾ ਤੇ ਕਿਹੜੇ ਡੇਰੇ ਦੇ ਵਿੱਚ ਜਿਹੜਾ ਜੀ ਉਹ ਰਹਿੰਦਾ। ਹੁਣ ਤੱਕ ਤਾਂ ਉੱਥੇ ਜਾ ਕੇ ਕਿਸੇ ਵੀ ਡੇਰਾ ਮੁਖੀ ਦੇ ਨਾਲ ਮੁਲਾਕਾਤ ਕਰਨੀ, ਉੱਥੇ ਰੋਟੀ ਪਾਣੀ ਜਿਹੜਾ ਛਕ ਲੈਣਾ, ਇਹੀ ਸੀਗਾ। ਤੇ ਰਾਹੁਲ ਗਾਂਧੀ ਹੋਰਾਂ ਨੇ ਇੱਕ ਨਵੀਂ ਪਿਰਤ ਜਿਹੜੀ ਹੈ ਜੀ ਉਹ ਪਾਤੀ ਹੈ। ਡੇਰੇ ਜਿਹੜੇ ਨੇ ਜੀ ਉਹਨਾਂ ਦੀਆਂ ਵੋਟਾਂ ਜਿਹੜੀਆਂ ਜੀ ਉਹ ਪ੍ਰਭਾਵਿਤ ਨਾ ਹੋਣ ਤੇ ਤੁਰੰਤ ਜਿਹੜੇ ਜੀ ਉਹ ਅਕਾਲੀ ਦਲ ਵਾਲੇ ਵੀ ਪਹੁੰਚੇ ਨੇ। ਸੁਖਬੀਰ ਸਿੰਘ ਬਾਦਲ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਨੇ ਉਹ ਡੇਰਾ ਬਿਆਸ ਦੇ ਵਿੱਚ ਪਹੁੰਚੇ। ਡੇਰਾ ਬਿਆਸ ਤੇ ਮੁਖੀ ਦੇ ਨਾਲ ਉਹਨਾਂ ਦੀ ਜਿਹੜੀ ਹੈ ਜੀ 2 ਘੰਟੇ ਦੀ ਮੁਲਾਕਾਤ ਦੱਸੀ ਜਾਂਦੀ ਹੈ ਕਿ ਹੋਈ ਹੈ। ਇਹਦੇ ਵਿੱਚ ਕੀ ਗੱਲਬਾਤ ਹੋਈ ਹੈ ਇਹਦਾ ਤਾਂ ਕੁਝ ਵੀ ਜਿਹੜਾ ਜੀ ਪਤਾ ਨਹੀਂ ਲੱਗਿਆ, ਪਰ ਉਹਨਾਂ ਦੇ ਨਾਲ ਜਿਹੜੇ ਹਰਸਿਮਰਤ ਕੌਰ ਬਾਦਲ, ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਤੇ ਉਹਨਾਂ ਦੀ ਪਤਨੀ ਵੀ ਜਿਹੜੀ ਮੌਜੂਦ ਸੀਗੀ, ਬਿਕਰਮ ਸਿੰਘ ਮਜੀਠੀਆ ਹੋਰਾਂ ਦੀ, ਜਿਹੜੇ ਕਿ ਰਿਸ਼ਤੇਦਾਰ ਵੀ ਨੇ ਇਸ ਡੇਰੇ ਵਾਲਿਆਂ ਦੇ, ਭਾਵ ਕਿ ਰਾਧਾ ਸਵਾਮੀ ਜਿਹੜਾ ਜੀ ਡੇਰੇ ਦਾ। ਔਰ ਰਾਧਾ ਸਵਾਮੀ ਡੇਰਾ ਜਿਹੜਾ ਜੀ ਉਹ ਮਾਝੇ ਤੇ ਦੁਆਬੇ ਦੇ ਵਿੱਚ ਕਾਫੀ ਪ੍ਰਭਾਵ ਜਿਹੜਾ ਜੀ ਉਹ ਰੱਖਦਾ ਹੈ, ਉਹਦਾ ਵੋਟ ਬੈਂਕ ਹੈ। ਸੋ ਇਹ ਵੋਟ ਬੈਂਕ ਜਿਹੜਾ ਜਿਸ ਪਾਸੇ ਵੱਲ ਨੂੰ ਜਿਵੇਂ ਪਾਰਟੀਆਂ ਇਹਨਾਂ ਡੇਰਿਆਂ ਦੇ ਪਿੱਛੇ ਜਿਹੜੀਆਂ ਜੀ ਉਹ ਤੁਰੀਆਂ ਨੇ, ਆਈ ਥਿੰਕ ਕਈ ਸਵਾਲ ਜਿਹੜੇ ਆ ਜੀ ਉਹ ਖੜੇ ਜ਼ਰੂਰ ਹੁੰਦੇ ਨੇ। ਹਾਲਾਂਕਿ ਜਿਹੜਾ ਇਹਦੀ ਕਿਤੇ ਵੀ ਜੇ ਆਪਾਂ ਗੱਲ ਕਰੀਏ ਗਿਣਤੀ ਮਿਣਤੀ ਤੋਂ ਲੱਭਦੇ ਨਹੀਂ ਜੀ ਕਿ ਜਦੋਂ ਡੇਰਿਆਂ ਨੇ ਮਦਦ ਜਿਹੜੀ ਆ ਜੀ ਉਹ ਕੀਤੀ ਹੋਵੇ ਤੇ ਇੱਕ ਪਾਸੜ ਨਤੀਜੇ ਜਿਹੜੇ ਨੇ ਉਹ ਵੇਖਣ ਨੂੰ ਮਿਲੇ ਹੋਣ। ਹਰਿਆਣੇ ਦੇ ਵਿੱਚ ਚੋਣਾਂ ਦੇ ਦੌਰਾਨ ਸਰਸੇ ਵਾਲੇ ਨੇ ਜਿਹੜੀ ਓਪਨਲੀ ਮਦਦ ਕੀਤੀ ਸੀ ਭਾਰਤੀ ਜਨਤਾ ਪਾਰਟੀ ਦੀ, ਪਰ ਉਹਦਾ ਇੱਕ ਦੂਜਾ ਪੱਖ ਇਹ ਵੀ ਹੈ ਕਿ ਸਰਸੇ ਦੇ ਖੇਤਰ ਦੇ ਵਿੱਚ 6 ਸੀਟਾਂ ਜਿਹੜੀਆਂ ਵਿਧਾਨ ਸਭਾ ਦੀਆਂ ਹਰਿਆਣੇ ਦੀਆਂ ਪੈਂਦੀਆਂ ਨੇ, ਉਹ 6 ਦੀਆਂ 6 ਭਾਰਤੀ ਜਨਤਾ ਪਾਰਟੀ ਵਾਲੇ ਹਾਰ ਗਏ ਸਨ ਜੀ। ਤੇ ਅੱਗੇ ਆਪਾਂ ਰਣਿੰਦਰ ਸਿੰਘ ਦੀ ਗੱਲ ਕਰੀਏ, ਉਸ ਦੇ ਮਾਮਲੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਵਿਰੋਧੀ ਪਾਰਟੀਆਂ ਘੇਰ ਰਹੀਆਂ। ਜੀ ਤਾਂ ਜਿਹੜੀ ਸੱਤਾਧਾਰੀ ਧਿਰ ਹੈ ਜੀ ਉਹਨੇ ਇਹ ਗੱਲ ਕਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਅਸਲੀਅਤ ਜਿਹੜੀ ਹੈ ਜੀ ਉਹ ਸਾਹਮਣੇ ਆ ਗਈ ਹੈ ਕਿ ਉਹਨਾਂ ਨੇ ਪੈਸੇ ਜਿਹੜੇ ਬਣਾਏ ਸੀਗੇ ਤੇ ਉਹਨਾਂ ਦੇ ਮੁੰਡੇ ਨੂੰ ਜਿਹੜਾ ਨੋਟਿਸ ਜਾਰੀ ਕੀਤਾ ਗਿਆ, ਇਹਦੇ ਉੱਤੇ ਜਿਹੜੇ ਡਿਪਟੀ ਮੁੱਖ ਮੰਤਰੀ ਨੇ ਸੁਖਬੀਰ ਸਿੰਘ ਬਾਦਲ ਹੋਰੀ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਦੁੱਧ ਧੋਤੇ ਨਹੀਂ ਤੇ ਇਹਦੇ ਨਾਲ ਅਸਲੀਅਤ ਜਿਹੜੀ ਹੈ ਜੀ ਉਹ ਸਾਹਮਣੇ ਆਊਗੀ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਘੇਰਨ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਨੇਤਾ ਨੇ ਉਹਨਾਂ ਨੇ ਵੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਆ। ਇਹਦੇ ਵਿੱਚ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਤੇ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਕਨਵੀਨਰ ਜਿਹੜੇ ਨੇ ਸੁੱਚਾ ਸਿੰਘ ਛੋਟੇਪੁਰ ਹੋਰੀ, ਉਹਨਾਂ ਦੋਨਾਂ ਨੇ ਜਿਹੜੀ ਆ ਜੀ ਇਹ ਗੱਲ ਆਖੀ ਆ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਆਪਣੇ ਜਿਹੜੀ ਜਾਇਦਾਦ ਆ ਉਹ ਜਨਤਕ ਕਰਨ ਕਿ ਕਿੰਨੀ ਉਹਨਾਂ ਦੇ ਕੋਲੇ ਜਿਹੜੀ ਜਾਇਦਾਦ ਇਸ ਵੇਲੇ ਹੈ, ਤਾਂ ਕਿ ਲੋਕਾਂ ਨੂੰ ਜਿਹੜੀ ਹੈ ਜੀ ਉਹ ਅਸਲੀਅਤ ਪਤਾ ਲੱਗ ਸਕੇ। ਜਿਹੜੇ ਆਗੂ ਨੇ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਆਪਣੇ ਅਹੁਦੇ ਤੋਂ ਅਸਤੀਫਾ ਜਿਹੜਾ ਜੀ ਉਹ ਦੇਣ ਤੇ ਜਿਹੜੀ ਜਾਇਦਾਦ ਆ ਉਹ ਜਨਤਕ ਕਰਨ। ਉਧਰ ਕੈਪਟਨ ਅਮਰਿੰਦਰ ਸਿੰਘ ਹੋਰੀ ਜਿਹੜੇ ਨੇ ਉਹ ਇਹ ਕਹਿੰਦੇ ਨੇ ਕਿ ਇਹ ਸਿਰਫ ਵਿਰੋਧੀਆਂ ਦੀ ਇੱਕ ਚਾਲ ਹੈ ਤਾਂ ਕਿ ਉਹਨਾਂ ਨੂੰ ਬਦਨਾਮ ਜਿਹੜਾ ਜੀ ਉਹ ਕੀਤਾ ਜਾ ਸਕੇ। ਕੈਪਟਨ ਅਮਰਿੰਦਰ ਸਿੰਘ ਹੋਰੀ ਕਹਿੰਦੇ ਕਿ ਇਹ ਜਿਹੜਾ ਮਸਲਾ ਤਾਂ ਪਹਿਲਾਂ ਵੀ ਚੱਲਦਾ ਪਿਛਲੇ ਸਮੇਂ ਤੋਂ। ਉਹ ਕਹਿੰਦੇ ਨੇ ਕਿ ਜਿਹੜੇ ਅਰੁਣ ਜੇਤਲੀ ਨੇ ਉਹ ਆਪਣੀ ਹਾਰ ਅਜੇ ਵੀ ਬਰਦਾਸ਼ਤ ਨਹੀਂ ਕਰ ਰਹੇ, ਉਹ ਪਚਾ ਨਹੀਂ ਰਹੇ ਆਪਣੀ ਹਾਰ ਨੂੰ ਜਿਹੜੀ ਉਹਨਾਂ ਨੂੰ ਅੰਮ੍ਰਿਤਸਰ ਤੋਂ ਹੋਈ ਸੀਗੀ, ਜਿਹਦੇ ਕਰਕੇ ਉਹਨਾਂ ਨੂੰ ਘੇਰਨ ਦੇ ਯਤਨਾਂ ਦੇ ਵਿੱਚ ਇਹ ਕੇਸ ਜਿਹੜਾ ਜੀ ਜਾਣਬੁੱਝ ਕੇ ਉਹਨਾਂ ਦੇ ਉੱਤੇ ਫਿੱਟ ਕੀਤਾ ਗਿਆ। ਸੋ ਇਹ ਆਈ ਥਿੰਕ ਇਹ ਜਿਹੜਾ ਮਾਮਲਾ ਸਾਰਾ ਉਸ ਟਾਈਮ ਦੇ ਉੱਤੇ ਉਭਰਿਆ ਜਦੋਂ ਕਿ ਵੱਖ-ਵੱਖ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹਨਾਂ ਨੇ ਆਪਣਾ ਜਿਹੜੀ ਗੱਡੀ ਹੈ ਜੀ ਉਹ ਵਾਹਵਾ ਤੇਜ਼ ਕਰ ਦਿੱਤੀ ਹੈ ਪੰਜਾਬ ਚੋਣਾਂ ਨੂੰ ਲੈ ਕੇ, ਔਰ ਹਰ ਮੁੱਦਾ ਜਿਹੜਾ ਜੀ ਉਹ ਚੋਣਾਂ ਨੂੰ ਸਾਹਮਣੇ ਰੱਖ ਕੇ ਹੀ ਉਭਾਰਿਆ ਜਾ ਰਿਹਾ। ਸੋ ਕੈਪਟਨ ਅਮਰਿੰਦਰ ਸਿੰਘ ਹੋਰੀ ਹਾਲ ਦੀ ਘੜੀ ਜਿਹੜਾ ਜੀ ਇਸ ਮਾਮਲੇ ਦੇ ਵਿੱਚ ਕਾਫੀ ਉਲਝ ਰਹੇ ਜਾਪਦੇ ਨੇ। ਰਣਿੰਦਰ ਸਿੰਘ ਹੋਰਾਂ ਨੂੰ ਜਿਹੜਾ ਨੋਟਿਸ ਦਿੱਤਾ ਗਿਆ ਉਸ ਮਸਲੇ ਤੇ ਜੀ। ਤੇ ਜੀ ਅੱਗੇ ਫਿਰ ਗੱਲ ਕਰਦੇ ਹਾਂ ਜੀ ਕਾਂਗਰਸ ਦੀ, ਤੇ ਕਾਫੀ ਸੋਸ਼ਲ ਮੀਡੀਆ ਦੇ ਉੱਤੇ ਵੀ ਕਿਰਕਰੀ ਹੋ ਰਹੀ ਆ ਵਿਧਾਨ ਸਭਾ ਦੇ ਵਿੱਚ ਕਾਂਗਰਸ ਦੀ, ਤੇ ਹੁਣ ਕਾਂਗਰਸ ਨੇ ਵਿਪ ਜਾਰੀ ਕੀਤਾ। ਹਾਂਜੀ, ਐਕਚੁਅਲੀ ਜਿਹੜਾ ਜੀ ਇਹ ਜਿਹੜਾ ਚਰਨਜੀਤ ਸਿੰਘ ਚੰਨੀ ਹੋਰਾਂ ਦਾ ਜਿਹੜਾ ਵੀਡੀਓ ਵਾਇਰਲ ਹੋਇਆ, ਜਿਹਦੇ ਵਿੱਚ ਦੇਖੋ ਉਹ ਬਿਨਾਂ ਕੋਈ ਹੋਮਵਰਕ ਕੀਤੇ ਤੋਂ ਵਿਧਾਨ ਸਭਾ ਦੇ ਵਿੱਚ ਬੋਲਣਾ ਉਹਨਾਂ ਨੇ ਸ਼ੁਰੂ ਕੀਤਾ, ਜਿਨ੍ਹਾਂ ਕੋਲੇ ਕੋਈ ਫੈਕਟਸ ਫਿਗਰਸ ਜਿਹੜੀਆਂ ਉਹ ਨਹੀਂ ਸੀਗੀਆਂ।
ਇਹ ਨਹੀਂ ਹੈਗਾ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਜਦੋਂ ਸਰਕਾਰ ਸੀਗੀ ਕਿ ਉਹਦੇ ਦੌਰਾਨ ਕੁਝ ਹੋਇਆ ਹੀ ਨਹੀਂਗਾ ਜਿਹਨੂੰ ਉਭਾਰਿਆ ਨਹੀਂ ਜਾ ਸਕਦਾ। ਬਿਲਕੁਲ ਕੁਝ ਕੰਮ ਉਦੋਂ ਵੀ ਹੋਏ ਨੇ। ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰ ਦੇ ਦੌਰਾਨ ਪਾਣੀਆਂ ਵਾਲਾ ਮਸਲਾ ਸੀਗਾ ਜੀ, ਉਹ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਭੁੱਲਿਆ ਹੀ ਰਿਹਾ। ਕਿਸਾਨਾਂ ਦੀਆਂ ਫਸਲਾਂ ਜਿਹੜੀਆਂ ਉਦੋਂ ਚੁੱਕੀਆਂ ਜਾਂਦੀਆਂ ਰਹੀਆਂ ਨੇ ਬਿਨਾਂ ਕਿਸੇ ਹੀਲ ਹੁੱਜਤ ਦੇ, ਔਰ ਕੋਈ ਦਿਨ ਉਹਨਾਂ ਨੂੰ ਇੰਤਜ਼ਾਰ ਨਹੀਂ ਸੀ ਕਰਨਾ ਪੈਂਦਾ। ਇਹ ਮਸਲਾ ਉਹਨਾਂ ਕੋਲ ਉਭਾਰਿਆ ਹੀ ਨਹੀਂ ਗਿਆ। ਪਰ ਚਰਨਜੀਤ ਸਿੰਘ ਚੰਨੀ ਹੋਰੀ ਨਵੇਂ ਨੇ, ਇੱਕ ਤਾਂ ਜ਼ਿੰਮੇਵਾਰੀ ਜਿੱਡੀ ਵੱਡੀ ਉਹਨਾਂ ਨੂੰ ਦੇ ਦਿੱਤੀ ਗਈ ਆ, ਉਹ ਸਿਰਫ ਵੋਟਾਂ ਦੀ ਰਾਜਨੀਤੀ ਆ ਕਿ ਉਹ ਕਿਹੜੇ ਭਾਈਚਾਰੇ ਨਾਲ ਸੰਬੰਧਿਤ ਨੇ, ਉਹ ਵੋਟਾਂ ਲੈਣੀਆਂ ਨੇ। ਇਹ ਵੇਖਿਆ ਨਹੀਂ ਗਿਆ ਕਿ ਐਕਸਪੀਰੀਅੰਸ ਵਾਲਾ ਜਿਹੜਾ ਜੀ ਉੱਥੇ ਨੇਤਾ ਹੁੰਦਾ। ਇੱਕ ਦੂਸਰੀ ਗੱਲ ਇਹ ਕਿ ਸ਼ਾਇਦ ਜਿਹੜੇ ਕਾਂਗਰਸ ਦੇ ਬਾਕੀ ਮੈਂਬਰ ਨੇ ਉਹ ਸਮਝਦੇ ਨੇ ਕਿ ਕੱਲ ਉੱਠੇ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਸਾਡੇ ਸਿਰ ਤੇ ਲਿਆ ਕੇ ਬਿਠਾਤਾ, ਇਸ ਕਰਕੇ ਉਹ ਉਹਨਾਂ ਦੀ ਸਪੋਰਟ ਨਹੀਂ ਕਰਦੇ ਦੀਂਦੇ ਵਿਧਾਨ ਸਭਾ ਦੇ ਵਿੱਚ। ਜਦੋਂ ਚਰਨਜੀਤ ਸਿੰਘ ਚੰਨੀ ਹੋਰੀ ਇਹ ਬੋਲੇ ਨੇ ਤਾਂ ਉਦੋਂ ਸਿਰਫ ਉਹਨਾਂ ਤੋਂ ਇਲਾਵਾ 3 ਮੈਂਬਰ ਜਿਹੜੇ ਮੌਜੂਦ ਸਨ ਵਿਧਾਨ ਸਭਾ ਦੇ ਵਿੱਚ। ਇੰਨਾ ਅਹਿਮ ਜਿਹੜਾ ਜੀ ਸੈਸ਼ਨ ਚੱਲ ਰਿਹਾ ਹੋਵੇ ਤੇ ਉਹਦੇ ਵਿੱਚ ਜਿਹੜੀ ਵਿਰੋਧੀ ਧਿਰ ਹੈ ਉਹਦੇ ਮੈਂਬਰ ਹੀ ਨਾ ਹੋਣ, ਇਹ ਆਪਣੇ ਆਪ ਦੇ ਵਿੱਚ ਸਵਾਲ ਹੈ ਜੀ। ਸੋ 9 ਸਾਲ ਦਾ ਜਿਹੜਾ ਸਮਾਂ ਹੈ ਜੀ ਉਹ ਗਵਾ ਕੇ ਹੁਣ ਕਾਂਗਰਸ ਨੂੰ ਚੇਤਾ ਆਇਆ ਤੇ ਕਾਂਗਰਸ ਨੇ ਵਿਪ ਜਾਰੀ ਕੀਤਾ ਸਾਰੇ ਮੈਂਬਰਾਂ ਨੂੰ ਕਿ ਉਹ ਹਾਜ਼ਰ ਰਹਿਣਗੇ ਵਿਧਾਨ ਸਭਾ ਦਾ ਜਿਹੜਾ 2 ਦਿਨ ਦਾ ਸੈਸ਼ਨ ਰਹਿੰਦਾ ਉਹਦੇ ਦੌਰਾਨ। ਸੋ ਇਹ ਉਸ ਟਾਈਮ ਦੇ ਉੱਤੇ ਜਿਹੜਾ ਕਿਹਾ ਜਾ ਰਿਹਾ ਜੀ ਕਿ ਜਦੋਂ ਹੁਣ ਜਾਂਦਾ ਸਾਲ ਆ ਜੀ ਸਾਰੇ ਦਾ ਸਾਰਾ, ਕਾਂਗਰਸ ਕਦੀ ਵੀ ਜਿਹੜੀ ਹੈ ਜੀ ਉਹ ਸੀਰੀਅਸ ਨਹੀਂ ਹੋਈ ਇਸ ਮੁੱਦੇ ਦੇ ਉੱਤੇ। ਸ਼ਾਇਦ ਉਹਦਾ ਪੰਜਾਬ ਦੇ ਵਿੱਚ ਹਾਰਨ ਦਾ ਜਿਹੜਾ ਜੀ ਉਹ ਕਾਰਨ 2 ਵਾਰੀ ਇਹੀ ਰਿਹਾ ਜਿਹੜਾ ਜੀ ਉਹ ਕਿਹਾ ਜਾ ਸਕਦਾ ਹੈ ਕਿ ਉਹ ਸੀਰੀਅਸਲੀ ਨਹੀਂ ਹੈਗੇ। ਜੇ ਸਰਕਾਰਾਂ ਦੀ ਗੱਲ ਕਰੀਏ, ਸੱਤਾਧਾਰੀ ਧਿਰ ਦੀ ਗੱਲ ਕਰੀਏ, ਜੇ ਉਹਦੇ ਜਿੱਥੇ ਜਿੱਥੇ ਉਹ ਫੇਲ ਹੋਈ ਆ ਜਾਂ ਜਿੰਨੇ ਮੁੱਦੇ ਉੱਭਰੇ ਨੇ ਉਹਨਾਂ ਨੂੰ ਪਾਸੇ ਵੀ ਛੱਡ ਦਈਏ ਤਾਂ ਵਿਰੋਧੀ ਧਿਰ ਦਾ ਵੀ ਜਿਹੜਾ ਰੋਲ ਹੈ ਜੀ ਉਹ ਟੋਟਲ ਫੇਲੀਅਰ ਜਿਹੜਾ ਜੀ ਉਹ ਰਿਹਾ। ਪਿਛਲੇ 9 ਸਾਲਾਂ ਦੇ ਦੌਰਾਨ ਵਿਰੋਧੀ ਧਿਰ ਜਿਹੜੀ ਹੈ ਜੀ ਉਹ ਸਰਕਾਰ ਨੂੰ ਘੇਰ ਹੀ ਨਹੀਂ ਸਕੀ ਕਿਸੇ ਵੀ ਮੁੱਦੇ ਦੇ ਉੱਤੇ। ਇਸ ਵਾਰੀ ਜਿਹੜਾ ਲੱਗਦਾ ਸੀਗਾ ਕਿ ਚੋਣਾਂ ਦਾ ਵਰ੍ਹਾ ਆ ਤੇ ਜਿਹੜੀ ਕਾਂਗਰਸ ਹੈ ਉਹ ਫੁੱਲ ਤਿਆਰੀ ਦੇ ਨਾਲ ਆਊਗੀ, ਪਰ ਜਿਵੇਂ ਕਿਰਕਰੀ ਜਿਹੜੀ ਹੈ ਜੀ ਉਹ ਹੋਈ ਹੈ ਚਰਨਜੀਤ ਸਿੰਘ ਚੰਨੀ ਹੋਰਾਂ ਦੀ, ਉਹ ਵਿਰੋਧੀ ਧਿਰ ਦੀ ਕਿਰਕਰੀ ਜਿਹੜੀ ਹੈ ਜੀ ਉਹ ਹੋਈ ਹੈ। ਹੁਣ ਅੱਕੀ ਪਲਾਹੀ ਹੱਥ ਤਾਂ ਜਿਹੜੀ ਹੈ ਜੀ ਉਹ ਕਾਂਗਰਸ ਮਾਰ ਰਹੀ ਆ, ਪਰ ਇਹ ਆਖਰੀ ਵਾਰ ਆ ਤੇ ਆਖਰੀ ਦਿਨ ਵੀ ਜਿਹੜੇ ਉਹ ਚੱਲ ਰਹੇ ਨੇ ਵਿਧਾਨ ਸਭਾ ਦੇ ਮੌਜੂਦਾ ਸੈਸ਼ਨ ਦੇ। ਹਾਂਜੀ ਬਿਲਕੁਲ ਆ, ਪਿਛਲੇ 9 ਸਾਲ ਇਹਨਾਂ ਨੇ ਬਿਲਕੁਲ ਸੁੱਚੇ ਮੂੰਹ ਵਾਪਸ ਆਉਂਦੇ ਰਹੇ ਆ। ਤੇ ਅੱਗੇ ਆਪਾਂ SYL ਨਹਿਰ ਦੀ ਜ਼ਮੀਨ ਦੀ ਗੱਲ ਕਰੀਏ, ਸਰਕਾਰ ਦਿਖਾ ਰਹੀ ਹੈ ਕਿ ਕਿਸਾਨਾਂ ਨੇ ਕਬਜ਼ਾ ਕਰ ਲਿਆ ਉਸ ਜ਼ਮੀਨ ਤੇ। ਬਿਲਕੁਲ ਜੀ, ਦਿਖਾਇਆ ਜਾ ਰਿਹਾ ਸਰਕਾਰ ਦੀ ਤਰਫੋਂ ਤਾਂ ਕਿ ਜਿਹੜਾ ਜੀ ਕੱਲ ਨੂੰ ਇਹ ਰਿਪੋਰਟ ਜਿਹੜੀ ਹੈ ਉਹ ਦਿੱਤੀ ਜਾ ਸਕੇ। ਜਿਹੜੇ ਸਤਲੁਜ ਯਮੁਨਾ ਲਿੰਕ ਨਹਿਰ ਵਾਲੇ ਮਾਮਲੇ ਦੇ ਉੱਤੇ ਜਿਹੜੀ ਜ਼ਮੀਨ ਹੈ ਉਹਦੇ ਉੱਤੇ ਜਿਹੜਾ ਮਾਲ ਵਿਭਾਗ ਹੈ ਜੀ ਉਹ ਪਿਛਲੇ ਦਿਨਾਂ ਤੋਂ ਜੁਟਿਆ ਹੋਇਆ। ਜਦੋਂ ਤੋਂ ਸੁਪਰੀਮ ਕੋਰਟ ਦੇ ਜਿਹੜੇ ਸਟੇਟਸ ਕੋ ਦੇ ਹੁਕਮ ਆਏ ਨੇ ਉਦੋਂ ਬਾਅਦ ਇਹ ਦੱਸਣ ਦੇ ਵਾਸਤੇ ਕਿ ਇੱਥੇ ਤਾਂ ਜੀ ਕਿਸਾਨਾਂ ਦਾ ਜਿਹੜਾ ਜੀ ਉਹ ਕਬਜ਼ਾ ਹੋ ਗਿਆ। ਇਹ ਕਿਹਾ ਜਾ ਰਿਹਾ ਜੀ ਪਟਿਆਲੇ ਜ਼ਿਲ੍ਹੇ ਦੇ ਵਿੱਚ 24, ਫਤਿਹਗੜ੍ਹ ਸਾਹਿਬ ਦੇ ਵਿੱਚ 10, ਮੋਹਾਲੀ ਦੇ ਵਿੱਚ 2 ਤੇ ਰੋਪੜ ਜ਼ਿਲ੍ਹੇ ਦੇ ਵਿੱਚ 28 ਦੇ ਕਰੀਬ ਜਿਹੜੇ ਥਾਵਾਂ ਦੇ ਉੱਤੇ ਕਿਸਾਨਾਂ ਨੇ ਕਬਜ਼ੇ ਕਰ ਲਏ ਨੇ। ਇਹ ਕਬਜ਼ਾ ਵਿਖਾਉਣ ਦੇ ਵਾਸਤੇ ਜਿਹੜਾ ਜੀ ਮਾਲ ਵਿਭਾਗ ਇਸ ਵੇਲੇ ਪੱਬਾ ਭਾਰ ਹੈ, ਚੁੱਪ ਕੀਤੇ ਜਿਹੜਾ ਜੀ ਉਹ ਲੱਗਿਆ ਹੋਇਆ ਇਹ ਕਬਜ਼ਾ ਦਿਖਾਉਣ ਦੇ ਵਾਸਤੇ। ਹੁਣ ਇਹ ਕਬਜ਼ਾ ਜਿਹੜਾ ਜੀ ਕਿਹੜੇ ਕਿਹੜੇ ਕਿਸਾਨਾਂ ਦਾ ਕਰਵਾਇਆ ਗਿਆ, ਕਿਉਂਕਿ ਕਰਵਾਇਆ ਗਿਆ ਹੋ ਸਕਦਾ ਨਾ ਜੀ, ਕੀਤਾ ਤਾਂ ਹੈ ਨਹੀਂਗਾ ਅਜੇ ਕਿਸੇ ਨੇ। ਜਿਹੜੀਆਂ JCB ਵਾਲਾ ਸੀਗਾ ਜੀ, ਕੱਲ ਆਪਾਂ ਖਬਰ ਸਾਂਝੀ ਕੀਤੀ ਸੀ ਕਿ ਕਿਵੇਂ ਜਿਹੜੀਆਂ JCB ਮਸ਼ੀਨਸ ਨੇ ਉਹ ਧੱਕੇ ਦੇ ਨਾਲ ਲਿਜਾ ਕੇ ਨਹਿਰ ਨੂੰ ਪੂਰਨ ਦੀ ਜਿਹੜੀ ਕੋਸ਼ਿਸ਼ ਸੀ ਉਹ ਕੀਤੀ ਗਈ ਸੀਗੀ। ਹਾਂ, ਇਹ ਮਸਲਾ ਜਿਹੜਾ ਜੀ ਉਹ ਭਖ ਜ਼ਰੂਰ ਰਿਹਾ ਇਸ ਵੇਲੇ ਸਮੁੱਚੇ ਨਾ ਸਿਰਫ ਪੰਜਾਬ ਤੇ ਹਰਿਆਣੇ ਦੇ ਵਿੱਚ ਮੁਲਕ ਪੱਧਰ ਦੇ ਉੱਤੇ ਜਿਹੜਾ ਜੀ ਉਹ ਭਖ ਰਿਹਾ ਮਸਲਾ SYL ਵਾਲਾ। ਇਹਦੇ ਉੱਤੇ ਵੱਖ-ਵੱਖ ਵਿਚਾਰ ਜਿਹੜੇ ਨੇ ਜੀ ਉਹ ਸਾਹਮਣੇ ਆ ਰਹੇ ਨੇ, ਪਰ ਇਹਦੇ ਪਿਛਲੀ ਜਿਹੜੀ ਸਿਆਸਤ ਹੈ ਉਹ ਅਹਿਮ ਹੈ ਇਸ ਵੇਲੇ, ਕਿਉਂਕਿ ਜਿਵੇਂ ਪੰਜਾਬ ਭਾਜਪਾ ਜਿਹੜੀ ਹੈ ਜੀ ਉਹ ਇਸ ਮਸਲੇ ਦੇ ਉੱਤੇ ਚੁੱਪ ਹੈ ਤੇ ਕੇਂਦਰ ਵਿਚਲੀ ਜਿਹੜੀ ਸਰਕਾਰ ਹਰ ਗੱਲ ਦੇ ਉੱਤੇ ਮਨ ਕੀ ਬਾਤ ਕਰਨ ਵਾਲੇ ਪ੍ਰਧਾਨ ਮੰਤਰੀ, ਪਾਰਟੀ ਦੇ ਪ੍ਰਧਾਨ ਜਿਹੜੇ ਅਮਿਤ ਸ਼ਾਹ ਹੋਰੀ ਨੇ, ਔਰ ਜਿਵੇਂ ਇਹ ਮਸਲਾ ਕੋਈ ਉਭਰਿਆ ਹੀ ਨਹੀਂ। ਜਿਹੜੀ 2 ਦਿਨਾਂ ਦੀ ਆਪਾਂ ਜਿੱਥੋਂ ਗੱਲ ਕੀਤੀ ਹੈ ਰਾਸ਼ਟਰਵਾਦ ਵਾਲੀ, ਉਹਦੇ ਦੌਰਾਨ ਵੀ ਕਿਤੇ ਇਹ ਮਸਲਾ ਨਹੀਂ ਉਭਰਿਆ ਕਿ ਸੁਪਰੀਮ ਕੋਰਟ ਨੂੰ ਇਹਦੇ ਵਿੱਚ ਦਖਲਅੰਦਾਜ਼ੀ ਕਿਉਂ ਕਰਨੀ ਪਈ ਜਾਂ ਫਿਰ ਕੇਂਦਰ ਦੀ ਸਰਕਾਰ ਦਾ ਸਟੈਂਡ ਕੀ ਹੈ। ਇਹ ਜਿਵੇਂ ਚੁੱਪ ਗੜੁੱਪ ਹੈ ਜੀ, ਉਹਦੇ ਤੋਂ ਸਾਰਾ ਲੱਗਦਾ ਜੀ ਕਿ ਇਹ ਕੈਲਕੂਲੇਟਡ ਗੇਮ ਹੈ, ਇੱਕ ਖੇਡ ਜਿਹੜੀ ਹੈ ਜੀ ਉਹ ਖੇਡੀ ਜਾ ਰਹੀ ਹੈ ਪੰਜਾਬ ਦੇ ਨਾਲ। ਜੀ ਜੀ ਬਿਲਕੁਲ। ਤੇ ਅਗਰ ਆਪਾਂ ਜੰਮੂ ਕਸ਼ਮੀਰ ਦੀ ਗੱਲ ਕਰੀਏ ਕਿ ਉੱਥੇ ਦੀ ਸਰਕਾਰ ਬਣਨ ਦੇ ਵਿੱਚ ਵੀ ਅੜਿੱਕਾ ਹੈ, ਗੱਲ ਕਿਸੇ ਪਾਸੇ ਨਹੀਂ ਲੱਗ ਨਹੀਂ ਰਹੀ ਜੀ। ਜਿਹੜੇ ਮਹਿਬੂਬਾ ਮੁਫਤੀ ਨੇ ਉਹਨਾਂ ਦੇ ਵੱਲੋਂ ਜਿਹੜਾ ਜੀ ਬਾਰ-ਬਾਰ ਮੀਟਿੰਗਸ ਤਾਂ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ। ਭਾਰਤੀ ਜਨਤਾ ਪਾਰਟੀ ਵਾਲੇ ਜਿਹੜੇ ਨੇ ਜੀ ਉਹ ਓਪਨਲੀ ਕਹਿੰਦੇ ਨੇ ਕਿ ਅਸੀਂ ਸਮਝੌਤਾ ਨਹੀਂ ਕਰਾਂਗੇ ਕਿਸੇ ਕਿਸਮ ਦਾ। ਉਹ ਇਹ ਵੀ ਕਹਿੰਦੇ ਨੇ ਕਿ ਸਮਝੌਤਿਆਂ ਦੇ ਉੱਤੇ ਆਧਾਰਿਤ ਜਿਹੜੀ ਆ ਜੀ ਉਹ ਸਰਕਾਰ ਨਹੀਂ ਬਣਾਉਣਗੇ।
ਦੂਜੇ ਪਾਸੇ ਜਿਹੜੀ ਅਬਦੁੱਲਾ ਸਾਹਿਬ ਦੀ ਪਾਰਟੀ ਹੈ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇੱਥੇ ਸਰਕਾਰ ਬਣਨ ਦੇ ਹੁਣ ਕੋਈ ਚਾਂਸ ਨਹੀਂ ਦਿੰਦੇ, ਇਸ ਕਰਕੇ ਦੁਬਾਰਾ ਤੋਂ ਚੋਣਾਂ ਜਿਹੜੀਆਂ ਦੀ ਉਹ ਹੋਣੀਆਂ ਚਾਹੀਦੀਆਂ ਨੇ। PDP ਜਿਹੜੀ ਹੈ ਜੀ ਉਹ ਇਹ ਸੋਚਦੀ ਹੈ ਕਿ ਜਿੰਨਾ ਕੁ ਦਬਾਓ ਬਣਾਇਆ ਜਾ ਸਕੇ ਉਹ ਭਾਰਤੀ ਜਨਤਾ ਪਾਰਟੀ ਦੇ ਉੱਤੇ ਬਣਾ ਲਿਆ ਜਾਵੇ, ਫਿਰ ਸਰਕਾਰ ਜਿਹੜੀ ਹੈ ਜੀ ਉਹ ਬਣਾਈ ਜਾ ਸਕੇ। ਭਾਰਤੀ ਜਨਤਾ ਪਾਰਟੀ ਵਾਲੇ ਇਹ ਸੋਚਦੇ ਨੇ ਕਿ PDP ਜਿਹੜੀ ਹੈ ਜੀ ਉਹਨਾਂ ਤੋਂ ਬਿਨਾਂ ਸਰਕਾਰ ਨਹੀਂ ਬਣਾ ਸਕਦੀ। ਉਹ ਇਹ ਵੀ ਸੋਚਦੇ ਨੇ ਕਿ ਸ਼ਾਇਦ PDP ਜਿਹੜੀ ਆ ਉਹ ਇਲੈਕਸ਼ਨਾਂ ਦੇ ਵਿੱਚ ਨਹੀਂ ਜਾਊਗੀ ਮੌਜੂਦਾ ਸਮੇਂ ਦੇ ਦੌਰਾਨ। ਉਹਨਾਂ ਨੂੰ ਵੀ ਪਤਾ ਹੈ ਕਿ ਸਰਕਾਰ ਉਹਨਾਂ ਤੋਂ ਬਿਨਾਂ ਜਿਹੜੀ ਹੈ ਜੀ ਬਣਨੀ ਨਹੀਂ ਗੀ, ਇਸ ਕਰਕੇ ਉਹ ਕਿਸੇ ਵੀ ਮਸਲੇ ਦੇ ਉੱਤੇ ਝੁਕਣ ਵਾਸਤੇ ਤਿਆਰ ਨਹੀਂ ਗਏ। ਉਹ ਆਪਣੀਆਂ ਸ਼ਰਤਾਂ ਦੇ ਅਧੀਨ ਜਿਹੜਾ ਸੋ ਇਹ ਚਾਤ ਫਿਰ ਜਿਹੜਾ ਜੀ ਮਾਹੌਲ ਜੰਮੂ ਕਸ਼ਮੀਰ ਦਾ ਜਿਹੜੀ ਸਰਕਾਰ ਲੋਕਾਂ ਨੇ ਚੁਣ ਵੀ ਲਈ, ਲੋਕ ਚੁਣ ਵੀ ਲਏ, ਫਿਰ ਵੀ ਜਿਹੜੀ ਹੈ ਜੀ ਉਹ ਸਰਕਾਰ ਇਸ ਵੇਲੇ ਨਾ ਬਣਨੀ, ਖਾਸ ਤੌਰ ਦੇ ਉੱਤੇ ਉੱਥੋਂ ਦੇ ਜਿਹੜੇ ਮੁੱਖ ਮੰਤਰੀ ਸਨ ਉਹਨਾਂ ਦੀ ਡੈਥ ਤੋਂ ਬਾਅਦ ਜਿਹੋ ਜਿਹੇ ਹਾਲਾਤ ਜਿਹੜੇ ਉਹ ਬਣੇ ਹੋਏ ਨੇ, ਅਜੇ ਗੱਲ ਜਿਹੜੀ ਹੈ ਜੀ ਉਹ ਕਿਸੇ ਤਣ ਪੱਤਣ ਲੱਗ ਨਹੀਂ ਰਹੀ। ਮਹਿਬੂਬਾ ਮੁਫਤੀ ਜਿਹੜੇ ਨੇ, ਜਿਹੜੇ PDP ਦੇ ਪ੍ਰਧਾਨ ਨੇ, ਉਹ ਜਿਹੜੇ ਪਾਰਟੀ ਦੇ ਸੀਨੀਅਰ ਆਗੂ ਨੇ ਉਹਨਾਂ ਦੇ ਨਾਲ ਮੁਲਾਕਾਤ ਕਰ ਰਹੇ ਨੇ, ਕਿਉਂਕਿ ਹਾਲਾਤ ਇਸ ਤਰ੍ਹਾਂ ਦੇ ਕੁਝ ਬਣ ਰਹੇ ਨੇ ਕਿ ਬਗਾਵਤ ਹੋ ਸਕਦੀ ਹੈ PDP ਦੇ ਵਿੱਚ। ਉਹ ਦੱਸਣ ਦੀ ਕੋਸ਼ਿਸ਼ ਜਿਹੜੀ ਹੈ ਜੀ ਉਹ ਕਰ ਰਹੇ ਨੇ ਕਿ ਭਾਰਤੀ ਜਨਤਾ ਪਾਰਟੀ ਵਾਲਿਆਂ ਦੇ ਨਾਲ ਉਹਨਾਂ ਦੀਆਂ ਮੀਟਿੰਗਾਂ ਜਿਹੜੀਆਂ ਜੀ ਉਹ ਚੱਲ ਰਹੀਆਂ ਨੇ। ਉਹ ਇਹ ਵੀ ਦੱਸਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਭਾਰਤੀ ਜਨਤਾ ਪਾਰਟੀ ਵਾਲੇ ਉਹਨਾਂ ਨੂੰ ਝੁਕਾਉਣਾ ਚਾਹੁੰਦੇ ਨੇ, ਇਸ ਕਰਕੇ ਉਹ ਝੁਕਣ ਦੇ ਵਾਸਤੇ ਤਾਂ ਤਿਆਰ ਨਹੀਂ ਹੈਗੇ। ਤੋ ਇਸ ਕਰਕੇ ਉਹ ਨੇਤਾਵਾਂ ਨੂੰ ਸਮਝਾਉਣ ਦੇ ਵਿੱਚ ਲੱਗੇ ਹੋਏ ਨੇ। ਤੋ ਅਜੇ ਜਿਹੜਾ ਜੀ ਕਿਸੇ ਵੀ ਪਾਸੇ ਗੱਲ ਜਿਹੜੀ ਆ ਕਿਸੇ ਤਣ ਪੱਤਣ ਲੱਗ ਨਹੀਂ ਰਹੀ। ਜਿਹੋ ਜਿਹਾ ਮੌਜੂਦਾ ਹਾਲਾਤ ਬਣੇ ਹੋਏ ਨੇ, ਲੱਗਦਾ ਨਹੀਂ ਕਿ ਛੇਤੀ ਜਿਹੜੀ ਆ ਜੀ ਸਰਕਾਰ ਜੰਮੂ ਕਸ਼ਮੀਰ ਦੇ ਵਿੱਚ ਹੋਣ ਦੇ ਵਿੱਚ ਆ ਸਕਦੀ ਆ। ਜਾਂ ਤੁਸੀਂ ਇਹ ਕਹਿ ਲਓ ਕਿ ਜੇ ਅਗਲੇ ਕੁਝ ਹਫ਼ਤਿਆਂ ਦੇ ਦੌਰਾਨ ਇਹ ਨਹੀਂ ਗੱਲ ਕਿਸੇ ਪਾਸੇ ਲੱਗਦੀ ਤੇ ਸ਼ਾਇਦ ਜੰਮੂ ਕਸ਼ਮੀਰ ਜਿਹੜਾ ਜੀ ਉਹ ਦੁਬਾਰਾ ਚੋਣਾਂ ਵਾਲੇ ਪਾਸੇ ਨੂੰ ਤੁਰ ਰਿਹਾ ਲੱਗੂਗਾ ਜੀ। ਤੇ ਅੱਗੇ ਅਖੀਰ ਦੇ ਵਿੱਚ ਆਮ ਆਦਮੀ ਪਾਰਟੀ ਦੀ ਜੇ ਗੱਲ ਕਰੀਏ ਕਿ ਜਿਸ ਤਰ੍ਹਾਂ ਉਹਨਾਂ ਦੇ ਡਿਨਰ ਹੋ ਰਹੇ ਆ ਤੇ ਵਿਰੋਧੀ ਪਾਰਟੀਆਂ ਦੇ ਪਸੀਨੇ ਛੁੱਟ ਰਹੇ ਜੀ, ਜਿਹੜੇ ਵਿਰੋਧੀ ਪਾਰਟੀਆਂ ਵਾਲੇ ਨੇ ਜੀ, ਬੇਸ਼ੱਕ ਇਹਨੂੰ ਦੱਸਣ ਦੀ ਕੋਸ਼ਿਸ਼ ਤਾਂ ਉਹ ਇਹ ਕਰ ਰਹੇ ਨੇ ਕਿ ਇਹ ਤਾਂ ਜੀ ਲੋਕਾਂ ਤੋਂ ਪੈਸੇ ਲੈ ਕੇ ਜਿਹੜਾ ਜੀ ਕਿਉਂ ਜਿਹੜੀ ਰੋਟੀ ਆ ਉਹ ਖਵਾਈ ਜਾ ਰਹੀ ਆ। ਪਰ ਇਹਦੀ ਰਿਐਲਿਟੀ ਇਹ ਆ ਜੀ ਕਿ ਜਿਹੜੇ ਵਿਰੋਧੀ ਧਿਰਾਂ ਵਾਲੇ ਨੇ ਉਹ ਤੰਗ ਬਹੁਤ ਨੇ ਇਸ ਗੱਲ ਤੋਂ, ਕਿਉਂਕਿ ਜਿੱਥੇ ਜਿੱਥੇ ਵੀ ਇਹ ਡਿਨਰ ਹੋ ਰਹੇ ਨੇ ਉਹਦੇ ਵਿੱਚ ਲੋਕਾਂ ਦੀ ਜਿਹੜੀ ਸ਼ਮੂਲੀਅਤ ਹੈ ਉਹ ਫਿਕਰਾਂ ਦੇ ਵਿੱਚ ਜਿਹੜਾ ਜੀ ਉਹ ਪਾ ਰਹੀ ਹੈ ਸੱਤਾਧਾਰੀ ਧਿਰ ਨੂੰ ਵੀ ਤੇ ਕਾਂਗਰਸ ਨੂੰ ਖਾਸ ਤੌਰ ਦੇ ਉੱਤੇ, ਜਿਹੜੀ ਪਰ ਤੋਲ ਰਹੀ ਹੈ ਕਿ ਅਗਲੀ ਸਰਕਾਰ ਸ਼ਾਇਦ ਉਹਨਾਂ ਦੀ ਜਿਹੜੀ ਹੈ ਜੀ ਉਹ ਬਣ ਜਾਣੀ ਆ। ਜਿਹੜਾ ਇਹ ਪੈਸੇ ਦੇ ਕੇ ਲੋਕ ਆ ਰਹੇ ਨੇ, ਜਿਹੜੀਆਂ ਵਿਰੋਧੀ ਧਿਰਾਂ ਨੇ ਉਹ ਇਸ ਗੱਲ ਤੋਂ ਫਿਕਰਮੰਦ ਨੇ ਕਿ ਪੈਸੇ ਦੇ ਕੇ ਲੋਕ ਜਿਹੜਾ ਆ ਰਹੇ, ਇੱਕ ਤਾਂ ਲੋਕ ਜਿਹੜੇ ਉਹ ਜੁੜ ਰਹੇ ਨੇ, ਦੂਸਰਾ ਇਹ ਜੀ ਕਿ ਫੰਡਸ ਜਿਹੜੇ ਨੇ ਉਹ ਪਾਰਟੀ ਕੋਲੇ ਇਕੱਠੇ ਹੋ ਰਹੇ ਨੇ, ਕਿਉਂਕਿ ਫੰਡਸ ਤੋਂ ਹੀ ਇਹ ਜਿਹੜੀਆਂ ਵਿਰੋਧੀ ਧਿਰਾਂ ਨੇ ਉਹ ਸਮਝਦੀਆਂ ਨੇ ਕਿ ਪਾਰਟੀ ਜਿਹੜੀ ਆ ਉਹ ਮਾਰ ਖਾਊਗੀ। ਪਰ ਇਹ ਜਿਹੜੇ ਵਿਦੇਸ਼ਾਂ ਦੀ ਤਰਜ਼ ਦੇ ਉੱਤੇ ਉਹਨੇ ਡਿਨਰ ਡਿਪਲੋਮੇਸੀ ਜਿਹੜੀ ਹੈ ਜੀ ਉਹਦਾ ਇਸਤੇਮਾਲ ਕੀਤਾ ਹੈ ਫੰਡ ਦੇ ਵਾਸਤੇ, ਉਹ ਇੱਕ ਫਿਕਰਮੰਦੀ ਜਿਹੜੀ ਹੈ ਜੀ ਉਹ ਲੱਗ ਰਹੀ ਹੈ। ਕਾਂਗਰਸ ਨੇ ਇੱਕ ਜਗ੍ਹਾ ਦੇ ਉੱਤੇ ਜਿਹੜਾ ਜੀ ਇਹ ਵੀ ਕੀਤਾ ਕਿ ਡਿਨਰ ਹੋ ਰਿਹਾ ਸੀਗਾ, ਉਹਨਾਂ ਨੇ ਬਾਹਰ ਲੰਗਰ ਲਾਤਾ ਕਿ ਅਸੀਂ ਮੁਫਤ ਜਿਹੜੀ ਹੈ ਜੀ ਉਹ ਰੋਟੀ ਖਵਾ ਰਹੇ ਹਾਂ। ਪਰ ਉਹ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਤੇ ਜਿਹੜੀਆਂ ਉਹ ਪਿਕਚਰਸ ਆ ਗਈਆਂ ਕਿ ਇਹ ਜੁੱਤੀਆਂ ਪਾ ਕੇ ਜਾਂ ਨੰਗੇ ਸਿਰ ਜਿਹੜਾ ਜੀ ਉਹ ਖਾ ਰਹੇ, ਇਹਨੂੰ ਲੰਗਰ ਨਹੀਂ ਕਿਹਾ ਜਾ ਸਕਦਾ। ਕੋਸ਼ਿਸ਼ ਤਾਂ ਜਿਹੜਾ ਜੀ ਉਹ ਕੱਟਣ ਦੀ ਕਰ ਰਹੇ ਨੇ ਕਿ ਆਮ ਲੋਕਾਂ ਦੀ ਪਾਰਟੀ ਕਿਵੇਂ ਹੋਗੀ ਜਦੋਂ ਇੱਥੇ ਰੋਟੀ ਜਿਹੜੀ ਆ ਜੀ ਉਹ 5-5 ਹਜ਼ਾਰ ਦੀ ਹੈ। ਪਰ ਦੂਜੇ ਪਾਸੇ ਇਹ ਵੀ ਹੈ ਕਿ ਜਿਹੜੀ ਪਾਰਟੀਆਂ ਵਿਰੋਧੀ ਧਿਰਾਂ ਨੇ, ਖਾਸ ਤੌਰ ਦੇ ਉੱਤੇ ਕਾਂਗਰਸ, ਉਹ ਜਿਹੜੀ ਹੈ ਜੀ ਇਸ ਗੱਲ ਨੂੰ ਲੈ ਕੇ ਬੇਹੱਦ ਫਿਕਰਮੰਦੀ ਦੇ ਵਿੱਚ ਹੈ ਕਿ ਫੰਡਸ ਜੇਕਰ ਇਕੱਠੇ ਹੁੰਦੇ ਨੇ ਪਾਰਟੀ ਕੋਲੇ ਤਾਂ ਉਹ ਫੰਡਸ ਜਿਹੜੇ ਨੇ ਚੋਣਾਂ ਦੇ ਦੌਰਾਨ ਵਰਤ ਕੇ ਮੁਸੀਬਤ ਜਿਹੜੀ ਆ ਉਹ ਖੜੀ ਕਰ ਸਕਦੀ ਹੈ ਵਿਰੋਧੀ ਧਿਰਾਂ ਦੇ ਵਾਸਤੇ, ਖਾਸ ਤੌਰ ਦੇ ਉੱਤੇ ਕਾਂਗਰਸ ਦੇ ਵਾਸਤੇ। ਜੀ ਜੀ ਬਿਲਕੁਲ। ਤੇ ਅਖੀਰ ਵਿੱਚ ਆਜ਼ਨਾਮਾ ਕਿ ਲਿਆ ਕੇ ਮੁੰਡੇ ਨੇ 4 ਸੀ ਨਾਲ ਗੁੰਡੇ, ਰਾਹ ਵਿੱਚ ਸੀ ਭੈਣ ਲਈ ਘੇਰਮੀਆਂ। ਲਿਆ ਕੇ ਮੁੰਡੇ ਨੇ 4 ਸੀ ਨਾਲ ਗੁੰਡੇ, ਰਾਹ ਵਿੱਚ ਸੀ ਭੈਣ ਲਈ ਘੇਰਮੀਆਂ। ਮਰਜ਼ੀ ਨਾਲ ਜਦ ਟੋਲਿਆ ਵਰ ਉਹਨੇ ਕੀਤੀ ਗੋਲੀਆਂ ਮਾਰੋ ਢੇਰਮੀਆਂ। ਜਿਹੜੇ ਮੁੰਡੇ ਨਾਲ ਭੈਣ ਨੇ ਕਰੀ ਸ਼ਾਦੀ ਉਹ ਵੀ ਮਾਰਨੋਂ ਲਾਈ ਨਾ ਦੇਰ ਮੀਆਂ। ਕਾਤਲ ਗਏ ਤਾਂ ਗਏ ਸਨ ਪਹੁੰਚ ਮਾਪੇ, ਹੰਝੂ ਰਹੇ ਉਹ ਬਿਰਦ ਸੀ ਕੇਰਮੀਆਂ। ਭਾਈਆਂ ਭੈਣ ਸੀ ਮਿਰਜ਼ੇ ਦੇ ਨਾਲ ਮਾਰੀ, ਉਸ ਦੀ ਕਲੀ ਗਾ ਕੇ ਆਵੇ ਮਜ਼ਾ ਮੀਆਂ। ਭਾਈਆਂ ਭੈਣ ਸੀ ਮਿਰਜ਼ੇ ਦੇ ਨਾਲ ਮਾਰੀ, ਉਹਦੀ ਕਲੀ ਗਾ ਕੇ ਆਵੇ ਮਜ਼ਾ ਮੀਆਂ। ਭੈਣ ਸਾਹਿਬਾਂ ਦੇ ਆਪਣੀ ਬਣ ਲੱਗਦੀ, ਉਹ ਵੀ ਅੱਜ ਦੀ ਸਾਹਿਬਾਂ ਦੀ ਸਜ਼ਾ ਮੀਆਂ। ਜੀ ਜੀ ਜੀ, ਥੈਂਕ ਯੂ ਜੀ, ਧੰਨਵਾਦ, ਬੜੀ ਮਿਹਰਬਾਨੀ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ ਤੇ ਸਵੇਰ ਨੂੰ ਹੁੰਦੇ ਨੇ ਜੀ ਮੈਂਟੂ ਗੁਰਸਰੀਆ 9:30 ਵਜੇ ਤੇ ਸ਼ਾਮ ਨੂੰ ਹੁੰਦੇ ਨੇ ਬਲਤੇਜ ਪੰਨੂ। ਹੁਣ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਅਗਲੇ ਬੁਲਟਨ ਤੱਕ ਪਿਆਰ ਭਰੀ ਸਤਿ ਸ੍ਰੀ ਅਕਾਲ।